Hello guys, welcome back. Today we will learn how to pass journal entries and how to prepare various ledger accounts at the time of retirement of partner. So let's start. First of all, we will learn how to record financial transactions in journal at the time of retirement of partner. Thereafter, we will learn the posting of journal entries to the various ledger accounts, and for that purpose I have taken one numerical example. Here it is. As per the numerical example, A, B and C are partners in a firm sharing profits and losses at the ratio of 1 upon 3, 1 upon 2 and 1 upon 6. First of all, we have to balance the ratio by taking 6 as LCM. The ratio will be 2 ratio 3 ratio 1. The balance sheet of the firm as at 31st March 2016 was, here under you have been provided with the old balance sheet. Now C retires as on 1st of April 2016 subject to the following adjustments, and for these adjustments we have to pass journal entries first. As per the demand of the numerical, you are required to pass journal entries. So first of all we will record these adjustments in our journal book. Now you may record journal entries serial wise. As per the first adjustment, goodwill of the firm valued at 24,000. C's share of goodwill be adjusted into the account of A and B, who are going to share future profits in the ratio of 3:2. ਹੁਣ ਦੇਖੋ ਜਿਹੜੀ ਇਹਦੇ ਵਿੱਚ ਗੁੱਡਵਿਲ ਦਿੱਤੀ ਆ ਉਹ ਪੂਰੀ ਫਰਮ ਦੀ ਦਿੱਤੀ ਆ। ਜਿਹੜਾ ਪਾਰਟਨਰ ਰਿਟਾਇਰ ਹੋਇਆ ਹੋਵੇ ਆਪਾਂ ਫਸਟ ਆਫ ਆਲ ਉਹਦਾ ਸ਼ੇਅਰ ਕੈਲਕੂਲੇਟ ਕਰੀਦਾ, ਉਸ ਤੋਂ ਬਾਅਦ ਵਿੱਚ ਜਿਹੜੀ ਗੁੱਡਵਿਲ ਆ ਉਹਨੂੰ ਆਪਾਂ ਗੇਨਿੰਗ ਰੇਸ਼ੋ ਦੇ ਵਿੱਚ ਡਿਸਟ੍ਰੀਬਿਊਟ ਕਰਦੇ ਆ। ਠੀਕ ਹੈ, ਉਹ ਹੁਣ ਕਿੱਦਾਂ ਕੈਲਕੂਲੇਟ ਕਰਾਂਗੇ, ਇਹਦੇ ਲਈ ਇੱਕ ਵਰਕਿੰਗ ਨੋਟ ਬਣਾ ਲਓ। Calculate C's share of goodwill। ਕਿੱਦਾਂ ਕੈਲਕੂਲੇਟ ਕਰਾਂਗੇ, ਜਿੰਨੀ ਫਰਮ ਦੀ ਗੁੱਡਵਿਲ ਗਿਵਨ ਆ ਦੈਟ ਇਜ਼ 24,000, ਉਹਦੇ ਤੇ ਆਪਾਂ C ਦਾ ਸ਼ੇਅਰ ਅਪਲਾਈ ਕਰਨਾ ਦੈਟ ਇਜ਼ 1 upon 6, ਤੇ C ਦਾ ਸ਼ੇਅਰ ਕਿੰਨਾ ਨਿਕਲ ਜੂਗਾ, ਕਿੰਨਾ ਕੈਲਕੂਲੇਟ ਹੋ ਜੂਗਾ, ਦੇਖੋ ਇਹਦੇ ਵਿੱਚ 4,000। ਠੀਕ ਹੈ, ਹੁਣ ਜਿਹੜਾ 4,000 ਦੀ ਗੁੱਡਵਿਲ ਆਈ ਆ ਇਹ ਰਿਟਾਇਰਿੰਗ ਪਾਰਟਨਰ ਨੂੰ ਦੇਣੀ ਹੈ, ਤੇ ਦਊਗਾ ਕੌਣ, ਜਿਹੜੇ ਪਾਰਟਨਰਸ ਕੰਟੀਨਿਊ ਚੱਲਦੇ ਪਏ ਆ। ਤੇ ਕੰਟੀਨਿਊਇੰਗ ਪਾਰਟਨਰਸ ਦਾ ਸਭ ਤੋਂ ਪਹਿਲਾਂ ਆਪਾਂ ਕੈਲਕੂਲੇਟ ਕਰਨਾ ਗੇਨ, ਕਿ ਉਹਨਾਂ ਨੂੰ ਕਿਹੜੀ ਰੇਸ਼ੋ ਦੇ ਵਿੱਚ ਗੇਨ ਹੁੰਦਾ ਪਿਆ। ਰਿਟਾਇਰ ਹੋਇਆ ਪਾਰਟਨਰ, ਜਿਹੜੇ ਐਗਜ਼ਿਸਟਿੰਗ ਪਾਰਟਨਰ ਆ ਉਹਨਾਂ ਨੂੰ ਕੁਛ ਨਾ ਕੁਛ ਬੈਨੀਫਿਟ ਹੋਊਗਾ, ਉਹੀ ਉਹਨਾਂ ਦਾ ਬੈਨੀਫਿਟ ਕੈਲਕੂਲੇਟ ਕਰਨਾ। ਉਹ ਕਿੱਦਾਂ ਕੈਲਕੂਲੇਟ ਕਰਾਂਗੇ, ਏਜ਼ ਗੇਨ, ਗੇਨਿੰਗ ਰੇਸ਼ੋ ਦਾ ਫਾਰਮੂਲਾ ਅਪਲਾਈ ਕਰ ਲਓ। ਨਿਊ ਰੇਸ਼ੋ ਇਹਦੇ ਵਿੱਚ ਗਿਵਨ ਆ, ਦੇਖੋ that is 3 upon 5 and 2 upon 5. Old ratio ਕੀ ਸੀ 2 upon 6, 3 upon 6, 1 upon 6. So you have to calculate age gain by taking new ratio and you have to deduct the old ratio. 30 will be LCM. It will be 8 upon 30. ਇੱਕ ਬੰਦੇ ਦਾ ਗੇਨ ਆ ਗਿਆ 8 upon 30। ਇੱਦਾਂ ਹੀ ਕੈਲਕੂਲੇਟ ਕਰ ਲਓ B's ਗੇਨ। B ਦਾ ਗੇਨ ਕਿੱਦਾਂ ਨਿਕਲੂਗਾ, ਉਹਦਾ 올ਡ ਸ਼ੇਅਰ ਕਿੰਨਾ ਸੀ, ਉਹਦਾ ਨਿਊ ਸ਼ੇਅਰ ਸੌਰੀ ਕਿੰਨਾ 2 upon 5। 올ਡ ਸ਼ੇਅਰ ਉਹਦਾ ਸੀਗਾ 3 upon 6। ਇਹ ਆ ਗਿਆ -3 upon 30। ਹੁਣ ਜਦੋਂ ਕਿਸੇ ਐਗਜ਼ਿਸਟਿੰਗ ਪਾਰਟਨਰ ਨੂੰ ਸੈਕਰੀਫਾਈਸ ਕਰਨਾ ਪੈ ਜਾਵੇ, ਹੁਣ ਇਹਦਾ ਜਿਹੜਾ ਹੈਗਾ ਨਿਊ ਮਾਈਨਸ ਹੋਲਡ ਕਰਕੇ ਜਿਹੜਾ ਪਾਰਟਨਰ ਨੈਗੇਟਿਵ 'ਚ ਆ ਗਿਆ, ਮਾਈਨਸ 'ਚ ਆ ਗਿਆ, ਇਹਦਾ ਮਤਲਬ ਉਹ ਕੀ ਆ, ਸੈਕਰੀਫਾਈਸਿੰਗ ਪਾਰਟਨਰ। ਫਿਰ ਇਸ ਕੇਸ ਦੇ ਵਿੱਚ ਜਰਨਲ ਐਂਟਰੀ ਆਪਾਂ ਕੀ ਪਾਵਾਂਗੇ, ਇਹ 'ਚ ਜਰਨਲ ਐਂਟਰੀ ਆਊਗੀ ਗੇਨਿੰਗ ਪਾਰਟਨਰਸ ਕੈਪੀਟਲ ਅਕਾਊਂਟ ਡੈਬਿਟ, ਦੈਟ ਇਜ਼ ਏਜ਼ ਕੈਪੀਟਲ ਅਕਾਊਂਟ ਡੈਬਿਟ ਟੂ retiring partner is C, so C is capital account, and to sacrificing partners capital account। goodwill ਦੀ ਵੈਲਿਊ ਕਿੰਨੀ ਰਿਕਾਰਡ ਹੋਊਗੀ, C ਦਾ ਸ਼ੇਅਰ ਆਪਾਂ ਕੈਲਕੂਲੇਟ ਕੀਤਾ 4,000,
ਹੁਣ B ਦਾ ਗੇਨ ਇਹਦੇ ਵਿੱਚ ਕਿੰਨਾ ਕੈਲਕੂਲੇਟ ਕੀਤਾ, B's gain is 3/30। ਇਹੀ ਸ਼ੇਅਰ ਨੂੰ ਆਪਾਂ ਅਪਲਾਈ ਕਰਾਂਗੇ 24,000 ਤੇ। 24,000 multiply by 3/30, clear? It will be 2400। ਇਹਨੂੰ ਰਿਕਾਰਡ ਕਰ ਲਓ B's ਕੈਪੀਟਲ ਅਕਾਊਂਟ 'ਚ, ਤੇ ਜਿਹੜਾ ਦੋਨਾਂ ਦਾ ਟੋਟਲ ਆ ਉਹ ਚਲ ਗਿਆ A's ਕੈਪੀਟਲ ਅਕਾਊਂਟ 'ਚ। ਵੈਸੇ ਵੀ ਜਿੰਨੀ ਉਹਨਾਂ ਨੇ ਗੁੱਡਵਿਲ ਗਿਵਨ ਆ ਜਿਹੜੀ 24,000 ਉੱਤੇ ਜਦੋਂ ਆਪਾਂ ਅਪਲਾਈ ਕਰਾਂਗੇ 8/30 ਸ਼ੇਅਰ, ਉਹ ਆ ਜਾਊਗਾ ਸਾਡਾ 6400। ਕਲੀਅਰ? ਇਹ ਹੋ ਗਈ ਗੁੱਡਵਿਲ ਦੀ ਟ੍ਰੀਟਮੈਂਟ ਐਟ ਦ ਟਾਈਮ ਆਫ ਰਿਟਾਇਰਮੈਂਟ ਆਫ ਪਾਰਟਨਰ। ਹੁਣ ਦੇਖੋ ਨੈਕਸਟ ਐਡਜਸਟਮੈਂਟਸ ਕਿਹੜੀਆਂ। ਪਲਾਂਟ ਐਂਡ ਮਸ਼ੀਨਰੀ ਟੂ ਬੀ ਡੈਪਰੀਸ਼ੀਏਟਡ ਬਾਈ 10%। ਜਿਹੜੀ ਪਲਾਂਟ ਮਸ਼ੀਨਰੀ ਡੈਪਰੀਸ਼ੀਏਟ ਹੁੰਦੀ ਆ ਉਹਨੂੰ ਆਪਾਂ ਰਿਕਾਰਡ ਕਰਦੇ ਰੀਵੈਲੂਏਸ਼ਨ ਅਕਾਊਂਟ 'ਚ। ਸੋ ਰੀਵੈਲੂਏਸ਼ਨ ਅਕਾਊਂਟ ਡੈਬਿਟ, revaluation account debit to plant and machinery account for reduction in the value of plant and machinery, and you have been provided furniture is also reduced by 5%, so furniture will also be credited to furniture account. Clear? You have to apply 10% on the book value of the plant and machinery, that is 40,000, and 10% of 40,000 will be 4,000, and 5% on the book value of furniture, that is 10,000, and 5% is 500. Both the amounts will be debited to revaluation account. Clear? Move to next adjustment. Stock will be appreciated by 15% and factory building by 10%. Now it's the case of appreciation. If your assets are increasing, you have to debit the particular asset that is increasing. Land and building is also increasing, so building account will also be debited, and revaluation account will be credited. Clear? ਹੁਣ ਇਹਦੇ ਵਿੱਚ ਦੇਖੋ ਸਟਾਕ ਦੀ ਵੈਲਿਊ ਕਿੰਨੀ ਗਿਵਨ ਆ, ਸਟਾਕ ਦੀ ਬੁੱਕ ਵੈਲਿਊ ਗਿਵਨ ਆ 25,000। ਇਹਦਾ 15% ਕਰੋਗੇ it will be 3750। ਬਿਲਡਿੰਗ ਦੀ ਵੈਲਿਊ ਇਨਕਰੀਜ਼ ਹੋਈ ਹੈ 10% ਨਾ, ਫੈਕਟਰੀ ਬਿਲਡਿੰਗ you have been provided book value of factory building is 50,000। ਇਹਦਾ ਤੁਸੀਂ 10% ਅਪਲਾਈ ਕਰੋਗੇ, ਆ ਗਿਆ 5,000, and it will be 8750। clear? Move on to next adjustment. Provision for doubtful debt raised to rupees 2,000। ਹੁਣ ਜਿਹੜੀ ਪ੍ਰੋਵੀਜ਼ਨ ਆ ਰੇਜ਼ਡ ਟੂ ਮਤਲਬ ਕਿ ਇਨਕਰੀਜ਼ ਹੋ ਕੇ 2,000 ਰੁਪੀਜ਼ ਦੀ ਹੋ ਗਈ। ਓਲਡ ਪ੍ਰੋਵੀਜ਼ਨ ਗਿਵਨ ਆ 500 ਦੀ, ਜਿਹੜੀ ਨਿਊ ਪ੍ਰੋਵੀਜ਼ਨ ਆ ਉਹ ਟੋਟਲ ਰੇਜ਼ ਹੋ ਕੇ ਹੋ ਗਈ 2000 ਦੀ, ਮਤਲਬ ਇਹਦੇ ਵਿੱਚ ਪੁਰਾਣੀ ਪ੍ਰੋਵੀਜ਼ਨ ਇਨਕਲੂਡਿੰਗ ਆ। ਜੇ ਲਿਖਿਆ ਹੁੰਦਾ ਬਾਏ 2000 ਫਿਰ ਆਪਾਂ ਪੂਰਾ ਨਿਊ ਪ੍ਰੋਵੀਜ਼ਨ ਰਿਕਾਰਡ ਕਰਨੀ ਸੀ। ਹੁਣ ਇਹਦੇ ਵਿੱਚ 2000 ਲਿਖਿਆ ਹੋਇਆ, ਉਸ ਕੇਸ ਦੇ ਵਿੱਚ ਓਲਡ ਪ੍ਰੋਵੀਜ਼ਨ ਮਾਈਨਸ ਕਰਾਂਗੇ ਤੇ ਬਾਕੀ ਰਿਕਾਰਡ ਕਰਾਂਗੇ ਰੀਵੈਲੂਏਸ਼ਨ 'ਚ। ਰੀਵੈਲੂਏਸ਼ਨ ਅਕਾਊਂਟ ਡੈਬਿਟ ਟੂ ਪ੍ਰੋਵੀਜ਼ਨ ਫॉर doubtful debts, and it will be debited with rupees 1,500. Clear? After recording these journal entries, you have to record the journal entry for distribution of reserves, surpluses, or any fictitious asset, and the entries for distribution of reserves, accumulated profits, or fictitious assets will remain the same as in the case of change in profit sharing ratio, as well as at the time of admission of partner. Clear? तेरी फिर journal entry की बन जाएगी general reserve account debited, general reserve account debit to old partners capital account, that is A's capital account, B's capital account, and C's capital account with their old ratio. Old ratio is 2.6, 3.6, and 1.6. The amount of general reserve is 16,000, and same will be debited to general reserve account and distribute the same in their old ratio. And after distribution the same, you will get 5,333 for A, 8,000 for B, and 2,667 for C. Clear? ਹੁਣ ਸਾਰੀਆਂ ਜਨਰਲ ਐਂਟਰੀਜ਼ ਰਿਕਾਰਡ ਕਰਨ ਤੋਂ ਬਾਅਦ
ਆਪਾਂ ਇਹਨਾਂ ਦੇ ਕੀ ਬਣਾਉਣੇ ਆ, ਕੈਪੀਟਲ ਅਕਾਊਂਟਸ। ਇੱਕ ਜਰਨਲ ਐਂਟਰੀ ਦੇ ਵਿੱਚ ਸਾਨੂੰ ਹੋਰ ਰਿਕਾਰਡ ਕਰਨੀ ਪੈਂਦੀ ਆ, ਜਿਹੜਾ ਪਾਰਟਨਰ ਰਿਟਾਇਰ ਹੋਇਆ ਉਹਦਾ ਜਿੰਨਾ ਵੀ ਸ਼ੇਅਰ ਬਣੂਗਾ ਉਹ ਆਪਾਂ ਉਹਦੇ ਲੋਨ ਅਕਾਊਂਟ 'ਚ ਟ੍ਰਾਂਸਫਰ ਕਰਨਾ ਹੁੰਦਾ। ਜੇ ਇਹਦੇ ਵਿੱਚ ਨਿਊਮੈਰੀਕਲ 'ਚ ਲਿਖਿਆ ਮੈਂਸ਼ਨ ਕੀਤਾ ਹੋਇਆ ਕਿ ਆਪਾਂ ਉਹਨੂੰ ਪੇਮੈਂਟ ਕਰਨੀ ਕੈਸ਼ ਵਿੱਚ, ਫਿਰ ਤਾਂ ਕੈਸ਼ ਵਿੱਚ ਕਰ ਦੇਵਾਂਗੇ। ਲੇਕਿਨ ਜੇ ਆਪਾਂ ਉਹਨੂੰ ਪੇਮੈਂਟ ਨਹੀਂ ਕਰਦੇ, ਉਸ ਕੇਸ ਦੇ ਵਿੱਚ ਆਪਾਂ ਉਹਦੇ ਇੱਕ ਲੋਨ ਅਕਾਊਂਟ ਓਪਨ ਕਰਦੇ ਹਾਂ ਅਤੇ ਸਾਰੇ ਦਾ ਸਾਰਾ ਅਮਾਊਂਟ ਲੋਨ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਨਾ ਹੁੰਦਾ। ਠੀਕ ਹੈ। ਨਾਓ we will discuss how to prepare ledger accounts। ਲੈਜਰ ਅਕਾਊਂਟ ਦੇ ਵਿੱਚ ਸਭ ਤੋਂ ਪਹਿਲਾਂ ਬਣਾਉਣਾ ਆਪਾਂ ਰੀਵੈਲਿਊਸ਼ਨ ਅਕਾਊਂਟ। ਰੀਵੈਲਿਊਸ਼ਨ ਅਕਾਊਂਟ ਸਿੰਪਲੀ ਕੀ ਕਰਾਂਗੇ, ਜਿਹੜੀ ਜਰਨਲ ਆ ਉਹ ਤੋਂ ਆਪਾਂ ਪੋਸਟ ਕਰਕੇ ਲੈਜਰ ਦੇ ਵਿੱਚ ਬੈਲੈਂਸਸ ਪੋਸਟ ਕਰ ਦਿੰਦੇ ਆ। ਠੀਕ ਹੈ। ਰੀਵੈਲਿਊਸ਼ਨ ਦੇ ਵਿੱਚ 2 ਐਸਟ ਡੈਬਿਟ ਹੋਏ ਆ, ਇਹਨਾਂ ਨੂੰ ਆਪਾਂ ਇਹਦੇ ਵਿੱਚ ਡੈਬਿਟ ਕਰਾਂਗੇ ਟੂ ਪਲਾਂਟ ਐਂਡ ਮਸ਼ੀਨਰੀ। ਅਤੇ ਦੂਸਰਾ ਐਸਟ ਕਿਹੜਾ ਗਿਵਨ ਆ, ਦੂਸਰਾ ਐਸਟ ਗਿਵਨ ਇਹਦੇ ਵਿੱਚ ਦੇਖੋ ਫਰਨੀਚਰ, ਟੂ ਫਰਨੀਚਰ। 4000 for plant and machinery, 500 for furniture। ਕਲੀਅਰ। ਫਿਰ ਕਿਹੜੇ ਕਿਹੜੇ ਐਸੈਟ ਐਪਰੀਸ਼ੀਏਟ ਹੋਏ ਆ, ਉਹ ਸਾਡੇ ਇਹਦੇ ਵਿੱਚ ਹੋ ਜਾਣਗੇ ਕ੍ਰੈਡਿਟ ਬਾਏ ਸਟਾਕ ਐਂਡ ਬਾਏ ਬਿਲਡਿੰਗ। ਸਟਾਕ ਦਾ ਅਮਾਊਂਟ ਆ ਗਿਆ 3750 ਐਂਡ ਬਿਲਡਿੰਗ ਦਾ ਆ ਗਿਆ 5000। ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ, ਟੂ ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ ਇਨਕਰੀਜ਼ਡ ਬਾਏ ₹1500। ਠੀਕ ਹੈ। ਜਿਹੜੀ ਆਪਾਂ ਇਹਦੇ ਵਿੱਚ ਰਿਕਾਰਡ ਕੀਤੀ ਸੀ 1500 ਨਾਲ ਜਿੰਨੀ ਇਨਕਰੀਜ਼ ਹੋਈ ਆ ਉਹ ਆਪਾਂ ਉਹਦੇ ਵਿੱਚ ਰਿਕਾਰਡ ਕਰ ਲੈਣੀ ਆ। ਆਫਟਰ ਪ੍ਰੈਪਰੇਸ਼ਨ ਆਫ ਰੀਵੈਲਿਊਸ਼ਨ ਅਕਾਊਂਟ ਯੂ ਹੈਵ ਟੂ ਡਿਟਰਮਾਈਨ देयर प्रॉफिट और लॉस on revaluation। Here you will get the profit on revaluation, you will get 2750 as profit, and we will distribute the same amount between A, B and C in their profit sharing ratio, that is 1/6, 3/6, sorry 2/6, 3/6 and 1/6, and it will be 458, 1375 and 917, sorry 917 for A and 458 for C। Clear? And after doing this you have to close the revaluation account and you have to prepare capital accounts by posting their opening balances by balance breakdown as given in the numerical. A's capital account 30,000, 40,000 and 25,000, same will be credited to their capital accounts. For 30,000 for A, 40,000 for B and 25,000 for C. Thereafter we will post the revaluation profit 958 for A, 1375 for B, 458 for C. We have distributed general reserves as well, so we will post the amount of general reserves, and that is 5333 for A, 8000 for B and 2667 for C। Clear? After posting these adjustments you have to adjust the goodwill। ਹੁਣ ਗੁੱਡਵਿਲ ਦੀ ਆਪਾਂ ਐਡਜਸਟਮੈਂਟ ਕਿੱਦਾਂ ਕਰਾਂਗੇ, ਜਿਹੜੀ ਆਪਾਂ ਗੁੱਡਵਿਲ ਦੀ ਵੈਲਿਊ ਕੈਲਕੂਲੇਟ ਕੀਤੀ ਸੀ ਉਹ ਕ੍ਰੈਡਿਟ ਕਰਾਂਗੇ ਰਿਟਾਇਰਿੰਗ ਪਾਰਟਨਰ ਦੇ ਅਕਾਊਂਟ 'ਚ, ਕਿਉਂਕਿ ਜਿਹੜਾ ਬੰਦਾ ਰਿਟਾਇਰ ਹੋ ਰਿਹਾ ਉਹਨੂੰ ਉਹ ਸ਼ੇਅਰ ਮਿਲਣਾ, ਅਤੇ ਦਊਗਾ ਕੌਣ, ਇਹਦੇ ਵਿੱਚ ਇਕੱਲਾ ਏ ਗੇਨਿੰਗ ਪਾਰਟਨਰ ਹੈ, ਇਸ ਕਰਕੇ ਸਾਰੇ ਦਾ ਸਾਰਾ ਸ਼ੇਅਰ ਦਊਗਾ ਏ। ਇੱਥੇ ਆਪਾਂ ਰਿਕਾਰਡ ਕਰਾਂਗੇ ਏਜ਼ ਕੈਪੀਟਲ ਅਕਾਊਂਟ। ਇਹ ਹੁਣ ਦੋਨੋਂ ਪਾਰਟਨਰਸ ਨੂੰ ਦੇ ਰਿਹਾ, ਕਿੰਨਾ ਕਿੰਨਾ ਸ਼ੇਅਰ ਦੇ ਰਿਹਾ ਦੇਖੋ, 4000 ਦਊਗਾ ਉਹ ਸੀ ਨੂੰ ਐਂਡ 2400 ਦਊਗਾ ਉਹ ਬੀ ਨੂੰ। ਇਹਦੇ ਵਿੱਚ ਆਪਾਂ ਰਿਕਾਰਡ ਕਰਾਂਗੇ 2400 ਅਤੇ ਇਹਦੇ ਵਿੱਚ ਆਪਾਂ ਰਿਕਾਰਡ ਕਰਾਂਗੇ 4000। ਅਤੇ ਇਹਦੇ ਵਿੱਚ ਜਿਹੜਾ ਗੇਨ ਹੋਇਆ, ਗੇਨਿੰਗ ਪਾਰਟਨਰ ਕੋਲ ਹੈ ਏ, ਅਤੇ ਏ ਦੇ ਅਕਾਊਂਟ ਦੇ ਵਿੱਚੋਂ ਉਨਾ ਹੀ ਅਕਾਊਂਟ ਬੈਲੈਂਸ ਆਪਾਂ ਮਾਈਨਸ ਕਰਾਂਗੇ ਟੂ ਬੀ ਐਂਡ ਟੂ ਸੀ। ਬੀ ਨੂੰ ਉਹਨੇ ਕਿੰਨਾ ਅਮਾਊਂਟ ਗਿਵਨ ਆ, ਕਿੰਨਾ ਅਮਾਊਂਟ ਦਿੱਤਾ ਹੋਇਆ 2400,
तो सी नूं उहने अमाउंट कितना पे किया 4000 2400 एंड 4000 क्लीयर। आफ्टर ऑल दीज एडजस्टमेंट्स you have to determine the retiring partner's loan account by getting the balance of his account. So we will transfer the balance of C's capital account to C's loan account. ਉਹ ਹੁਣ ਕਿੱਦਾਂ ਕੈਲਕੂਲੇਟ ਕਰਾਂਗੇ, ਸਿਰਫ ਉਹਦਾ ਕ੍ਰੈਡਿਟ ਸਾਈਡ ਦਾ ਟੋਟਲ ਕਰ ਲਓ, ਡੈਬਿਟ ਸਾਈਡ 'ਚ ਕੋਈ ਅਮਾਊਂਟ ਹੈਗਾ ਉਹਨੂੰ ਮਾਈਨਸ ਕਰ ਲਓ ਐਂਡ ਜਿੰਨਾ ਵੀ ਬੈਲੈਂਸ ਆਊਗਾ ਉਹਨੂੰ ਆਪਾਂ ਇਹਦੇ ਵਿੱਚ ਪੋਸਟ ਕਰਾਂਗੇ। ਕਲੀਅਰ। I have calculated this amount and it will be 32,125. Clear? And we will carry forward the balance of continuing partners, that is A and B. A ਤੇ B ਦੋਨੋਂ ਜਿਹੜੇ ਅੱਗੇ ਬਿਜ਼ਨਸ ਕੈਰੀ ਕਰਨਗੇ ਉਹਨਾਂ ਦਾ ਬੈਲੈਂਸ ਆਪਾਂ ਕੈਰੀ ਕਰਕੇ ਬੈਲੈਂਸ ਸ਼ੀਟ ਦੇ ਵਿੱਚ ਲੈ ਕੇ ਜਾਣਾ। A ਦਾ ਬੈਲੈਂਸ ਕਿੰਨਾ ਇਹਦੇ ਵਿੱਚ ਕੈਲਕੂਲੇਟ ਹੁੰਦਾ ਪਿਆ, A ਦਾ ਬੈਲੈਂਸ ਹੈਗਾ 29,890 ਤੇ ਜਿਹੜਾ B ਦਾ ਬੈਲੈਂਸ ਆ ਉਹ ਹੈਗਾ 51,775। ਇਹ ਵਾਲੇ ਐਡਜਸਟਮੈਂਟਸ ਕਰਨ ਤੋਂ ਬਾਅਦ ਵਿੱਚ you have to close their capital accounts by simply totaling of both the sides. Clear? ਇਹ ਸਾਰੇ ਅਕਾਊਂਟਸ ਬਣਾਉਣ ਤੋਂ ਬਾਅਦ we have to prepare retiring partners loan account as well as new balance sheet. retiring partner ਦਾ ਲੋਨ ਅਕਾਊਂਟ ਆਪਾਂ ਕਿਸ ਤਰੀਕੇ ਨਾਲ ਬਣਾਵਾਂਗੇ, C's ਲੋਨ ਅਕਾਊਂਟ ਜਿੰਨਾ ਉਹਦਾ ਬੈਲੈਂਸ ਆਪਾਂ ਕੈਲਕੂਲੇਟ ਕੀਤਾ ਉਹਨੂੰ ਆਪਾਂ ਟ੍ਰਾਂਸਫਰ ਕਰਾਂਗੇ ਉਹਦੇ ਲੋਨ ਅਕਾਊਂਟ 'ਚ। C's ਕੈਪੀਟਲ ਅਕਾਊਂਟ 32,125 ਤੇ ਜੇ ਕੋਈ ਐਡੀਸ਼ਨਲ ਐਡਜਸਟਮੈਂਟ ਨਹੀਂ ਦਿੱਤੀ ਲੋਨ ਅਕਾਊਂਟ ਦੀ ਫਿਰ ਆਪਾਂ ਸਿੰਪਲੀ ਇਹੀ ਬੈਲੈਂਸ ਨੂੰ ਆਪਾਂ ਅੱਗੇ ਕੀ ਕਰਾਂਗੇ, ਕੈਰੀ ਬਾਈ ਟੂ ਬੈਲੈਂਸ ਕੈਰੀ ਡਾਊਨ 32,125। ਇਹ ਸੇਮ ਬੈਲੈਂਸ ਸਾਡੇ ਲਈ ਲਾਇਬਿਲਿਟੀ ਹੋ ਗਿਆ ਤੇ ਇਹਨੂੰ ਆਪਾਂ ਬੈਲੈਂਸ ਸ਼ੀਟ ਦੇ ਵਿੱਚ ਲਾਇਬਿਲਿਟੀ ਸਾਈਡ ਤੇ ਰਿਕਾਰਡ ਕਰਾਂਗੇ। ਕਲੀਅਰ। Now at the last you have to prepare new balance sheet of the firm. Just for saving time I have noted down the heads of assets and liabilities. ਹੁਣ ਪਹਿਲਾਂ ਸਭ ਤੋਂ ਗਿਵਨ ਅ ਫੈਕਟਰੀ ਬਿਲਡਿੰਗ ਦਾ ਅਮਾਊਂਟ ਐਪਰੀਸ਼ੀਏਟ ਹੋਇਆ ਕਿੰਨੇ ਪਰਸੈਂਟ ਨਾਲ, 10% ਨਾਲ, ਉਹਨੂੰ ਆਪਾਂ ਇਨਕਰੀਜ਼ ਕਰਕੇ ਇਹਦੇ ਵਿੱਚ ਰਿਕਾਰਡ ਕਰਾਂਗੇ, ਇਹ ਆ ਗਿਆ 55,000। ਪਲਾਂਟ ਐਂਡ ਮਸ਼ੀਨਰੀ ਰਿਡਿਊਸਡ ਬਾਈ 10%, ਪਲਾਂਟ ਐਂਡ ਮਸ਼ੀਨਰੀ 10% ਨਾਲ ਰਿਡਿਊਸ ਹੋਈ ਆ। 40,000 ਦਾ ਪਹਿਲਾ ਬੈਲੈਂਸ ਸੀ, ਹੁਣ ਰਿਕਾਰਡ ਹੋਊਗਾ ਸਾਡਾ 36,000 ਆਫਟਰ ਰਿਡਿਊਸਿੰਗ ਇਟ। ਫਰਨੀਚਰ ਦੀ ਬੁੱਕ ਵੈਲਿਊ ਗਿਵਨ ਸੀ 10,000, ਉਹਦੇ 'ਚੋਂ 5% ਰਿਡਿਊਸ ਕਰਕੇ ਕਿੰਨਾ ਆ ਜਾਊਗਾ 9,500। ਕਲੀਅਰ। ਐਂਡ ਨਾਓ ਵੈਲਿਊ ਆਫ ਸਟਾਕ given 25,000 and same will be reduced, same will be appreciated by 3,750, so it will be 28,750। and value of debtors ਇਹਦੇ ਵਿੱਚ given ਆ 17,500, ਇਹਦੇ 'ਚ 1,500 ਦੀ provision minus ਕਰਾਂਗੇ and it will be 16,000 and cash in hand will be recorded at its book value, that is 8,500। clear। ਹੁਣ ਆ ਜਾਓ ਲਾਇਬਿਲਿਟੀ ਸਾਈਡ ਤੇ। ਇਹਦੀ ਕੈਪੀਟਲ ਅਕਾਊਂਟ ਦਾ ਬੈਲੈਂਸ ਜਿੰਨਾ ਆਪਾਂ ਕੈਲਕੂਲੇਟ ਕੀਤਾ that is 29,890, ਇਹ ਰਿਕਾਰਡ ਕਰਾਂਗੇ 29,890। B ਦਾ ਬੈਲੈਂਸ ਕੈਲਕੂਲੇਟ ਕੀਤਾ 51,775। clear। and total of the two will be recorded to the capital account, it will be 81,665। C's loan account will be 32,125। sundry creditors, no change in the value of sundry creditors, so it will be recorded at old value, that is 25,000, and same for loans payable। clear। after recording all these amounts we will just get the total of balance sheet and it will be
1,53,750 on the both sides. Clear? Thank you.